ਹੁੰਦੀਆਂ ਨਾਰੇ ਮਾਂ ਤੇਰੀ ਹੈਕਲ ਦੇ ਵਿੱਚ ਕੀਤਾ ਤੇਰੀ ਰਹਿਮਤ ਉਤੇ ਤਿਆ तेरी नज़र विच मैं जरूर नेक विखाई देवांगा जद तू अपने जलाल ज़ाहिर करेंगा अते मैं संतुष्ट होवांगा। बाप अते बेटे अते रूह पाक ते नाम ते आमीन। साडे प्रभु यीशु मसीह दा फजल खुदा बाप दा प्रेम अते रूह पाक दी सांझ तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। प्यारे भराओ ते भैणों अज दी पाक अंजील दे विच प्रभु यीशु मसीह सानू बीज बीजन वाले दी रूप कथा दे नाल सिखाउंदे हन ते दसदे हन कि खुदा दा पाक वचन एक बीज दी तरह है अते प्रभु आप बीजन वाला है। बीज वधिया क्वालिटी का उसने छट्टा दिता है पर छट्टे के दौरान ये बीज अलग अलग तरह की धरती ते डिगदा है तो वो जिहड़ा बीज है वो अलग अलग तरीके दे नाल उगदा है तो वधन तो बाद जो पूरी फसल पक जाती है तो वह जिहड़ा सिट्टा निकलदा है या फल जिहड़ा वो बीजदा है वो भी अलग अलग क्वालिटी दे नाल मिलदा है। सो आओ असीं खुदा दे वचनां उत्ते विचारीए कि असीं खुदा दी बाणी नूं अज समझ सकीए और खुदा दे पाक कलाम नूं अपने जीवन दे विच असीं धारण करन वाले बन सकीए। आओ असीं अपने पापां दे लई माफ़ी मंगदे होए खुदा दे कोलों बरकत मंगीए तां जो अज दी इह पाक मास दी कुर्बानी असी योग ढंग दे नाल प्रभु नूं समर्पण कर सकीए। मैं इकबाल करदा हां पूरी कुदरत वाले खुदा ते पैना भरावां दे अगे मैं इकबाल करदा
ਕੁਦਰਤ ਵਾਲਾ ਖੁਦਾਵੰਦ ਖੁਦਾ ਸਾਡੇ ਉੱਤੇ ਦਇਆ ਕਰੇ ਤੇ ਸਾਡੇ ਸਭ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਵੱਲ ਪਹੁੰਚਾਵੇ। आमीन। साडी फरियाद सुनने वाली तू है मेहरबान, बाखुदा दे सच्चे हक तू विराज
ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ, ਗਲਤ ਰਾਹ ਉੱਤੇ ਭਟਕਣ ਵਾਲਿਆਂ ਨੂੰ ਤੂੰ ਆਪਣੀ ਸੱਚਾਈ ਦਾ ਚਾਨਣ ਵਿਖਾਉਂਦਾ ਹੈ ਤਾਂ ਜੋ ਸਹੀ ਰਾਹ ਉੱਤੇ ਮੁੜ ਆਉਣ। ਆਪਣੇ ਆਪ ਨੂੰ ਮਸੀਹ ਅਖਵਾਉਂਦੇ ਹੋਏ ਈਮਾਨ ਲਿਆਉਣ ਵਾਲੇ ਸਾਰਿਆਂ ਉੱਤੇ ਦਇਆ ਕਰ। ਉਹਨਾਂ ਨੂੰ ਇਹ ਫਜ਼ਲ ਦੇ ਕਿ ਉਹ ਉਹਨਾਂ ਸਾਰੀਆਂ ਗੱਲਾਂ ਅਤੇ ਕੰਮਾਂ ਨੂੰ ਛੱਡ ਦੇਣ ਜੋ ਮਸੀਹ ਦੇ ਨਾਂ ਦੇ ਵਿਰੁੱਧ ਹਨ ਅਤੇ ਉਹਨਾਂ ਸਾਰੀਆਂ ਚੀਜ਼ਾਂ ਦੀ ਪੈਰਵੀ ਕਰਨ ਜੋ ਉਸ ਦੇ ਨਾਮ ਨੂੰ ਸ਼ੋਭਾ ਦਿੰਦੀਆਂ ਹਨ। ਉਹੀ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਪ ਪਾਕ ਦੀ ਏਕਤਾ ਦੇ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾ ਯਸ਼ਾਇਆ ਨਬੀ ਦਾ ਗ੍ਰੰਥ 55 ਬਾਬ ਦੀ 10 ਤੋਂ 11 ਐਤ। ਮੇਰਾ ਵਚਨ ਬਰਫ਼ ਅਤੇ ਮੀਂਹ ਵਾਂਗ ਹਨ ਜੋ ਆਕਾਸ਼ ਤੋਂ ਹੇਠਾਂ ਧਰਤੀ ਉੱਤੇ ਪੈਂਦੀ ਹੈ। ਉਹ ਫਸਲ ਨੂੰ ਉਗਾਉਂਦੀ ਅਤੇ ਬੀਜ ਲਈ ਬੀਜਣ ਅਤੇ ਖਾਣ ਲਈ ਭੋਜਨ ਪੈਦਾ ਕਰਦੀ ਹੈ। ਇਸ ਤਰ੍ਹਾਂ ਮੇਰੇ ਮੂੰਹੋਂ ਨਿਕਲੇ ਮੇਰੇ ਵਚਨ ਹਨ ਜੋ ਮੇਰੇ ਉਦੇਸ਼ਾਂ ਨੂੰ ਪੂਰੇ ਕੀਤੇ ਬਿਨਾਂ ਵਾਪਿਸ ਮੇਰੇ ਕੋਲ ਨਹੀਂ ਆਉਂਦੇ ਹਨ ਅਤੇ ਇਹ ਮੇਰੇ ਠਹਿਰਾਏ ਹਰ ਕੰਮ ਨੂੰ ਪੂਰਾ ਕਰਦੇ ਹਨ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਰੱਬ ਸੱਚਮੁੱਚ ਉਸ ਦੀ ਸੁਣਦਾ ਹੈ, ਰੱਬ ਸੱਚਮੁੱਚ ਉਸ ਦੀ ਸੁਣਦਾ ਹੈ। ਦੁਆ ਜੋ ਉਸ ਤੋਂ ਮੰਗਦਾ ਹੈ, ਦੁਆ ਜੋ ਉਸ ਤੋਂ ਮੰਗਦਾ ਹੈ। ਆਪਣੇ ਅਸੀਰਾਂ ਨੂੰ ਖੁਦਾ ਹਕੀਰ ਨਾ ਕਦੀ ਸਮਝੇਗਾ। ਆਪਣੇ ਅਸੀਰਾਂ ਨੂੰ ਖੁਦਾ ਹਕੀਰ ਨਾ ਕਦੀ ਸਮਝੇਗਾ। ਮੁਸੀਬਤ ਦੇ ਵਿੱਚ ਫਸਿਆ ਹਾਂ, ਮੁਸੀਬਤ ਦੇ ਵਿੱਚ ਫਸਿਆ ਹਾਂ। ਦੁਖਿਆਰਾ ਦੁੱਖ ਵਿੱਚ ਤਸਿਆ ਹਾਂ, ਦੁਖਿਆਰਾ ਦੁੱਖ ਵਿੱਚ ਤਸਿਆ ਹਾਂ। ਖਲਾਸੀ ਦੇਵੇਗਾ ਖੁਦਾ, ਬੁਲੰਦੀ ਮੈਨੂੰ ਬਖਸ਼ੇਗਾ। ਖਲਾਸੀ ਦੇਵੇਗਾ ਖੁਦਾ, ਬੁਲੰਦੀ ਮੈਨੂੰ ਬਖਸ਼ੇਗਾ। ਖੁਦਾ ਦੇ ਨਾਂ ਦੀ ਏ ਜ਼ੁਬਾਨ, ਖੁਦਾ ਦੇ ਨਾਂ ਦੀ ਏ ਜ਼ੁਬਾਨ। ਤਦ ਕਰੇਗੀ ਤਾਰੀਫ ਬਿਆਨ, ਤਦ ਕਰੇਗੀ ਤਾਰੀਫ ਬਿਆਨ। ਸ਼ੁਕਰਾਨੇ ਮੈਂ ਮਨਾਵਾਂਗਾ, ਬਜ਼ੁਰਗੀ ਉਸ ਦੀ ਗਾਵਾਂਗਾ। ਸ਼ੁਕਰਾਨੇ ਮੈਂ ਮਨਾਵਾਂਗਾ, ਬਜ਼ੁਰਗੀ ਉਸ ਦੀ ਗਾਵਾਂਗਾ। ਪਾਠ ਦੂਸਰਾ। ਸਾਰੀ ਉਤਪਤੀ ਖੁਦਾ ਦੇ ਜਲਾਲ ਦੇ ਪ੍ਰਗਟਾਵੇ ਦੀ ਉਡੀਕ ਕਰ ਰਹੀ ਹੈ ਅਤੇ ਅਸੀਂ ਸਾਰੇ ਖੁਦਾ ਦੇ ਸਦੀਵੀ ਜਲਾਲ ਦੇ ਸਹਿਭਾਗੀ ਹੋਣ ਦੀ ਉਡੀਕ ਵਿੱਚ ਹਾਂ। ਰੋਮੀਆਂ ਦੇ ਨਾਮ ਸੰਤ ਪੌਲੁਸ ਦਾ ਪੱਤਰ, ਉਸ ਦਾ 8 ਬਾਬ 18 ਤੋਂ ਲੈ ਕੇ 23 ਆਇਤ ਤੱਕ। ਮੈਂ ਸਮਝਦਾ ਹਾਂ ਕਿ ਇਸ ਮੌਜੂਦਾ ਸਮੇਂ ਦੇ ਦੁੱਖ ਉਸ ਆਉਣ ਵਾਲੀ ਮਹਿਮਾ ਦੇ ਮੁਕਾਬਲੇ ਵਿੱਚ ਜੋ ਸਾਡੇ 'ਤੇ ਪ੍ਰਗਟ ਹੋਣ ਵਾਲੀ ਹੈ ਕੱਖ ਵੀ ਨਹੀਂ ਹਨ, ਕਿਉਂਕਿ ਸਾਰੀ ਸ੍ਰਿਸ਼ਟੀ ਬੜੀ ਤਾਂਘ ਨਾਲ ਖੁਦਾ ਦੇ ਬੱਚਿਆਂ ਦੇ ਪ੍ਰਗਟ ਕੀਤੇ ਜਾਣ ਦੀ ਰਾਹ ਤੱਕ ਰਹੀ ਹੈ। ਕਿਉਂਕਿ ਸ੍ਰਿਸ਼ਟੀ ਨੂੰ ਵਿਅਰਥਤਾ ਦੇ ਅਧੀਨ ਕੀਤਾ ਗਿਆ ਸੀ। ਇਹ ਉਸ ਦੀ ਆਪਣੀ ਮਰਜ਼ੀ ਨਾਲ ਨਹੀਂ ਸੀ, ਸਗੋਂ
ਉਸ ਦੀ ਮਰਜ਼ੀ ਨਾਲ ਸੀ ਜਿਸ ਨੇ ਇਸ ਨੂੰ ਅਧੀਨ ਕੀਤਾ ਸੀ, ਇਸ ਉਮੀਦ ਨਾਲ ਕਿ ਸ੍ਰਿਸ਼ਟੀ ਆਪ ਉਸ ਦੇ ਬਰਬਾਦ ਹੋਣ ਦੀ ਗੁਲਾਮੀ ਤੋਂ ਆਜ਼ਾਦ ਕੀਤੀ ਜਾਵੇਗੀ ਅਤੇ ਉਹ ਵੀ ਖੁਦਾ ਦੇ ਬੱਚਿਆਂ ਦੀ ਮਹਿਮਾ ਵਾਲੀ ਆਜ਼ਾਦੀ ਪਾਵੇਗੀ। ਅਸੀਂ ਜਾਣਦੇ ਹਾਂ ਕਿ ਤਮਾਮ ਸ੍ਰਿਸ਼ਟੀ ਹੁਣ ਤੱਕ ਜਣੇਪੇ ਪੀੜਾ ਵਿੱਚ ਕਰਾਉਂਦੀ ਆ ਰਹੀ ਹੈ। ਨਿਰੀ ਸ੍ਰਿਸ਼ਟੀ ਹੀ ਨਹੀਂ ਸਗੋਂ ਅਸੀਂ ਆਪ ਵੀ, ਜਿਨ੍ਹਾਂ ਕੋਲ ਰੂਹ ਦੇ ਪਹਿਲੇ ਫਲ ਹਨ, ਅੰਦਰ ਹੀ ਅੰਦਰ ਕਰਾਉਂਦੇ ਹਾਂ, ਜਦਕਿ ਅਸੀਂ ਪੁੱਤਰਾਂ ਵਾਂਗ ਗੋਦ ਲਏ ਜਾਣ ਦੀ ਉਡੀਕ ਕਰਦੇ ਹਾਂ, ਆਪਣੇ ਸਰੀਰਾਂ ਦੀ ਮੁਕਤੀ ਦੀ ਉਡੀਕ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਮਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸੇ ਦਿਨ ਯਿਸੂਸ ਘਰੋਂ ਰਵਾਨਾ ਹੋ ਕੇ ਝੀਲ ਦੇ ਕਿਨਾਰੇ ਉੱਤੇ ਜਾ ਬੈਠੇ। ਇੱਕ ਵੱਡੀ ਭੀੜ ਇਕੱਠੀ ਹੋ ਗਈ, ਇਸ ਲਈ ਉਹ ਕਿਸ਼ਤੀ ਵਿੱਚ ਚੜ੍ਹ ਕੇ ਬੈਠ ਗਏ ਅਤੇ ਸਾਰੀ ਭੀੜ ਝੀਲ ਦੇ ਕੰਢੇ ਖੜੀ ਰਹੀ। ਉਸ ਨੇ ਉਹਨਾਂ ਨੂੰ ਤਮਸੀਲ ਵਿੱਚ ਬਹੁਤ ਸਾਰੀਆਂ ਗੱਲਾਂ ਦੱਸੀਆਂ, ਇਹ ਕਹਿੰਦੇ ਹੋਏ, ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਦੇ ਲਈ ਬਾਹਰ ਗਿਆ। ਬੀਜ ਦੇ ਸਮੇਂ ਕੁਝ ਬੀਜ ਡੰਡੀ ਉੱਤੇ ਡਿੱਗ ਪਿਆ ਅਤੇ ਪੰਛੀਆਂ ਨੇ ਆ ਕੇ ਉਸ ਨੂੰ ਚੁਗ ਲਿਆ। ਕੁਝ ਬੀਜ ਪਥਰੀਲੀ ਜ਼ਮੀਨ ਵਿੱਚ ਡਿੱਗੇ, ਜਿੱਥੇ ਮਿੱਟੀ ਜ਼ਿਆਦਾ ਨਹੀਂ ਸੀ ਅਤੇ ਉਹ ਛੇਤੀ ਹੀ ਉੱਗ ਪਏ, ਕਿਉਂਕਿ ਉਹਨਾਂ ਦੇ ਲਈ ਮਿੱਟੀ ਡੂੰਘੀ ਨਹੀਂ ਸੀ। ਜਦੋਂ ਸੂਰਜ ਚੜ੍ਹਿਆ ਤਾਂ ਉਹ ਝੁਲਸ ਗਏ ਅਤੇ ਜੜ ਨਾ ਫੜਨ ਕਾਰਨ ਉਹ ਸੁੱਕ ਗਏ। ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗੇ ਅਤੇ ਕੰਡਿਆਂ ਨੇ ਵੱਡੇ ਹੋ ਕੇ ਉਹਨਾਂ ਨੂੰ ਦਬਾ ਲਿਆ। ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗੇ ਅਤੇ ਦਾਣਾ ਪੈਦਾ ਕੀਤੇ, ਕੁਝ 100 ਗੁਣਾ, ਕੁਝ 60 ਗੁਣਾ ਅਤੇ ਕੁਝ 30 ਗੁਣਾ। ਜਿਸ ਦੇ ਸੁਣਨ ਦੇ ਕੰਨ ਹੋਣ ਉਹ ਸੁਣ ਲਵੇ। ਤਦ ਯਿਸੂ ਦੇ ਚੇਲੇ ਆਏ ਅਤੇ ਉਸ ਨੂੰ ਕਿਹਾ, ਤੁਸੀਂ ਲੋਕਾਂ ਨਾਲ ਤਮਸੀਲਾਂ ਵਿੱਚ ਕਿਉਂ ਗੱਲਾਂ ਕਰਦੇ ਹੋ? ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, ਤੁਹਾਨੂੰ ਸਵਰਗਰਾਜ ਦੇ ਭੇਦਾਂ ਨੂੰ ਜਾਣਨ ਦੀ ਬਖਸ਼ ਦਿੱਤੀ ਗਈ ਹੈ, ਪਰ ਉਹਨਾਂ ਨੂੰ ਇਹ ਨਹੀਂ ਦਿੱਤੀ ਗਈ, ਕਿਉਂਕਿ ਜਿਸ ਦੇ ਕੋਲ ਕੁਝ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤਾ ਹੋ ਜਾਵੇਗਾ, ਪਰ ਜਿਸ ਦੇ ਕੋਲ ਕੁਝ ਨਹੀਂ ਹੈ
ਉਸ ਕੋਲੋਂ ਵੀ ਲੈ ਲਿਆ ਜਾਵੇਗਾ ਜੋ ਥੋੜਾ ਉਸ ਦੇ ਕੋਲ ਹੈ। ਇਸ ਲਈ ਮੈਂ ਉਹਨਾਂ ਦੇ ਨਾਲ ਤਮਸੀਲਾਂ ਵਿੱਚ ਬੋਲਦਾ ਹਾਂ, ਕਿਉਂਕਿ ਉਹ ਦੇਖਦੇ ਹੋਏ ਵੀ ਨਹੀਂ ਦੇਖਦੇ ਤੇ ਸੁਣਦੇ ਹੋਏ ਵੀ ਉਹ ਨਹੀਂ ਸੁਣਦੇ ਅਤੇ ਨਾ ਹੀ ਉਹ ਸਮਝਦੇ ਹਨ। ਯਸ਼ਾਇਆ ਦਾ ਅਗਵੀਂ ਵਾਕ ਉਹਨਾਂ 'ਤੇ ਵਾਕਈ ਪੂਰਾ ਉਤਰਦਾ ਹੈ, ਜੋ ਕਹਿੰਦਾ ਹੈ, ਤੁਸੀਂ ਸੁਣੋਗੇ ਜ਼ਰੂਰ ਪਰ ਸਮਝੋਗੇ ਨਹੀਂ, ਤੁਸੀਂ ਦੇਖੋਗੇ ਜ਼ਰੂਰ ਪਰ ਗੌਰ ਨਹੀਂ ਕਰੋਗੇ, ਕਿਉਂਕਿ ਇਹਨਾਂ ਲੋਕਾਂ ਦਾ ਮਨ ਮੰਦਾ ਪੈ ਗਿਆ ਹੈ ਅਤੇ ਉਹਨਾਂ ਦੇ ਕੰਨ ਉੱਚਾ ਸੁਣਦੇ ਹਨ ਅਤੇ ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ। ਕਿਤੇ ਇਹ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਵੇਖਣ, ਆਪਣੇ ਕੰਨਾਂ ਨਾਲ ਸੁਣਨ ਅਤੇ ਆਪਣੇ ਦਿਲਾਂ ਦੇ ਨਾਲ ਸਮਝਣ ਅਤੇ ਮੇਰੇ ਕੋਲ ਮੁੜ ਆਉਣ, ਭਈ ਮੈਂ ਉਹਨਾਂ ਨੂੰ ਚੰਗਾ ਕਰਾਂ। ਪਰ ਧੰਨ ਹਨ ਤੁਹਾਡੀਆਂ ਅੱਖਾਂ, ਕਿਉਂਕਿ ਉਹ ਦੇਖਦੀਆਂ ਹਨ, ਅਤੇ ਧੰਨ ਹਨ ਤੁਹਾਡੇ ਕੰਨ, ਕਿਉਂਕਿ ਉਹ ਸੁਣਦੇ ਹਨ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੋ ਤੁਸੀਂ ਦੇਖ ਰਹੇ ਹੋ, ਬਹੁਤ ਸਾਰੇ ਨਵੀਆਂ ਅਤੇ ਧਰਮੀ ਲੋਕਾਂ ਉਹ ਦੇਖਣਾ ਚਾਹੁੰਦੇ ਸਨ ਪਰ ਉਹਨਾਂ ਨਾ ਵੇਖਿਆ, ਅਤੇ ਜੋ ਤੁਸੀਂ ਸੁਣ ਰਹੇ ਹੋ ਉਹ ਸੁਣਨਾ ਚਾਹੁੰਦੇ ਸਨ ਪਰ ਉਹਨਾਂ ਨਾ ਸੁਣਿਆ। ਹੁਣ ਤੁਸੀਂ ਬੀਜ ਬੀਜਣ ਵਾਲੇ ਦੀ ਤਮਸੀਲ ਸੁਣੋ। ਹਰ ਕੋਈ ਜੋ ਬਾਦਸ਼ਾਹੀ ਦਾ ਵਚਨ ਸੁਣਦਾ ਹੈ ਅਤੇ ਸਮਝਦਾ ਹੈ ਤਾਂ ਸ਼ੈਤਾਨ ਆਉਂਦਾ ਹੈ ਅਤੇ ਜੋ ਬੀਜ ਉਸਦੇ ਮਨ ਵਿੱਚ ਬੀਜਿਆ ਗਿਆ ਹੈ ਉਸ ਨੂੰ ਚੁਰਾ ਲੈਂਦਾ ਹੈ। ਇਹ ਉਹ ਹੈ ਜੋ ਡੰਡੀ ਉੱਤੇ ਬੀਜਿਆ ਗਿਆ ਸੀ। ਜੋ ਪਥਰੀਲੀ ਜ਼ਮੀਨ ਵਿੱਚ ਬੀਜਿਆ ਗਿਆ ਸੀ ਉਹ ਇਹੋ ਜਿਹੇ ਹਨ ਜੋ ਵਚਨ ਸੁਣਦੇ ਹੈ ਅਤੇ ਛੇਤੀ ਉਸ ਨੂੰ ਖੁਸ਼ੀ ਦੇ ਨਾਲ ਕਬੂਲ ਕਰਦੇ ਹਨ, ਪਰ ਭਾਵੇਂ ਉਹ ਇਨਸਾਨ ਦੀ ਜੜ ਨਹੀਂ ਹੁੰਦੀ ਫਿਰ ਵੀ ਉਹ ਕੁਝ ਸਮੇਂ ਦੇ ਲਈ ਕਾਇਮ ਰਹਿੰਦੇ ਹਨ। ਪਰ ਜਦੋਂ ਵਚਨ ਦੇ ਕਾਰਨ ਦੁੱਖ ਅਤੇ ਅਤਿਆਚਾਰ ਆਉਂਦੇ ਹਨ ਤਾਂ ਉਹ ਛੇਤੀ ਥਿੜਕ ਜਾਂਦੇ ਹਨ। ਜੋ ਕੰਡਿਆਲੀ ਝਾੜੀਆਂ ਵਿੱਚ ਬੀਜਿਆ ਗਿਆ ਸੀ ਇਹ ਉਹ ਹਨ ਜੋ ਵਚਨ ਸੁਣਦੇ ਹੈ, ਪਰ ਸੰਸਾਰ ਦੀਆਂ ਚਿੰਤਾਵਾਂ ਅਤੇ ਧਨ ਦੌਲਤ ਦਾ ਮੋਹ ਵਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਕੋਈ ਵੀ ਫਲ ਪੈਦਾ ਨਹੀਂ ਕਰਦਾ ਹੈ। ਜੋ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਸੀ ਉਹ ਹੈ ਜੋ ਵਚਨ ਸੁਣਦਾ ਹੈ, ਉਸ ਨੂੰ ਸਮਝਦਾ ਹੈ ਅਤੇ ਉਹ ਜ਼ਰੂਰ ਫਲ ਲਿਆਉਂਦਾ ਹੈ, ਕੋਈ 100 ਗੁਣਾ, ਕੋਈ 60 ਗੁਣਾ ਅਤੇ ਕੋਈ 30 ਗੁਣਾ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਦਾ ਪਾਕ ਵਚਨ ਸਾਨੂੰ ਕੁਝ ਚੀਜ਼ਾਂ ਉੱਤੇ ਵਿਚਾਰਨ ਦੇ ਲਈ ਬੁਲਾਉਂਦਾ ਹੈ। ਅੱਜ ਦਾ ਜਿਹੜਾ ਪਹਿਲਾ ਪਾਠ ਅਸੀਂ ਯਸ਼ਾਇਆ ਨਬੀ ਦੇ ਗ੍ਰੰਥ ਦੇ ਵਿੱਚੋਂ ਸੁਣਿਆ ਹੈ, ਉਹਦੇ ਵਿੱਚ ਖੁਦਾਵੰਦ ਦੇ ਵਚਨ ਨੇ ਸਾਨੂੰ ਦੱਸਿਆ ਹੈ ਕਿ ਖੁਦਾ ਧਰਤੀ ਉੱਤੇ ਮੀਂਹ ਵਰ੍ਹਾਉਂਦਾ ਹੈ ਅਤੇ ਉਹ ਜਿਹੜਾ ਮੀਂਹ ਹੈ ਉਹ ਬਿਨਾਂ ਆਪਣੇ ਕੰਮ ਕੀਤੇ ਬਿਨਾਂ ਅਜ਼ਾਇਆ ਨਹੀਂ ਜਾਂਦਾ। ਉਹਦੇ ਨਾਲ ਧਰਤੀ ਦੇ ਉੱਤੇ ਬੀਜ ਉਗਦੇ ਹਨ, ਵੱਧਦੇ ਹਨ ਤੇ ਇਨਸਾਨ ਦੇ ਖਾਣ ਦੇ ਲਈ ਫਲ ਪੈਦਾ ਕਰਦੇ ਹਨ ਅਤੇ ਸ੍ਰਿਸ਼ਟੀ ਦੇ ਵਿੱਚ ਸਭ ਕੁਝ ਉਹ ਖੁਦਾ ਦੇ ਵੱਲੋਂ ਭੇਜੇ ਹੋਏ ਮੀਂਹ ਦੇ ਨਾਲ ਹੁੰਦਾ ਹੈ। ਯਾਨੀ ਕਿ ਉਹ ਆਪਣਾ ਕੰਮ ਪੂਰਾ ਕਰਦਾ ਹੈ ਜਿਸ ਦੇ ਲਈ ਪ੍ਰਭੂ ਨੇ ਮੀਂਹ ਵਰ੍ਹਾਇਆ ਹੈ। ਅੱਜ ਜਦੋਂ ਅਸੀਂ ਖੁਦਾ ਦੇ ਇਹਨਾਂ ਵਚਨਾਂ ਉੱਤੇ ਧਿਆਨ ਕਰ ਰਹੇ ਹਾਂ ਤਾਂ ਮੈਂ ਯਾਦ ਕਰਵਾਉਣਾ ਚਾਹੁੰਦਾ ਹਾਂ ਤੁਹਾਨੂੰ 1984 ਦੇ ਓਲੰਪਿਕ ਦੀ। ਉਹਦੇ ਵਿੱਚ ਇੱਕ ਬਹੁਤ ਵੱਡਾ ਐਥਲੀਟ ਹੋਇਆ ਹੈ ਜਿਹਦਾ ਨਾਂ ਕਾਰਲ ਲੈਵਿਸ ਹੈ, ਔਰ ਕਹਿੰਦੇ ਨੇ ਕਿ ਇਸ ਇਨਸਾਨ ਨੇ ਉਸ ਓਲੰਪਿਕ ਦੇ ਵਿੱਚ 1 ਨਹੀਂ 2 ਨਹੀਂ 4 골ਡ ਮੈਡਲ ਜਿੱਤੇ ਸਨ। ਔਰ ਇੰਨਾ ਇਹ ਵਧੀਆ ਖਿਡਾਰੀ ਸੀ ਕਿ ਉਹਦੇ ਵਿੱਚ ਜੋ ਐਨਰਜੀ ਸੀ ਉਹ ਐਨਰਜੀ ਉਹਨੂੰ ਪ੍ਰਭੂ ਤੋਂ ਮਿਲਦੀ ਸੀ। ਇਹ ਉਹਦੀ ਆਪਣੀ ਗਵਾਹੀ ਹੈ। 1981 ਦੇ ਵਿੱਚ ਉਸਨੇ ਮਸੀਹ ਨੂੰ ਸਵੀਕਾਰ ਕੀਤਾ ਤੇ ਫਿਰ ਉਸਨੇ ਮਹਿਸੂਸ ਕੀਤਾ ਕਿ ਜੋ ਉਸਨੂੰ ਐਨਰਜੀ ਮਿਲਦੀ ਹੈ ਇਹ ਦੌੜਨ ਦੇ ਲਈ ਉਹ ਖੁਦਾਵੰਦ ਤੋਂ ਉਸ ਨੂੰ ਮਿਲਦੀ ਹੈ। 1987 ਦੇ ਵਿੱਚ ਜਦੋਂ ਉਸਨੇ 200 ਮੀਟਰ ਦੀ ਇੱਕ ਰੇਸ
ਦੌੜਨੀ ਸੀ ਅਗਲੇ ਓਲੰਪਿਕ ਦੇ ਵਿੱਚ, ਤੇ ਕਹਿੰਦੇ ਨੇ ਕਿ ਉਹਦੇ ਪਿਤਾ ਦੀ ਕੈਂਸਰ ਦੇ ਨਾਲ ਮੌਤ ਹੋ ਗਈ। ਜਦੋਂ ਮੌਤ ਹੋ ਗਈ ਅਤੇ ਉਹ ਦੁੱਖ ਦੇ ਵਿੱਚ ਸੀ, ਥੋੜ੍ਹੇ ਚਿਰ ਬਾਅਦ ਮੌਤ ਦੇ ਉਹਦੇ ਦੌੜਨਾ ਸੀ ਉਹਨੂੰ, ਪਰ ਜੋ ਉਹਦੇ ਉੱਤੇ ਪ੍ਰੈਸ਼ਰ ਸੀ ਜਾਂ ਦੁੱਖ ਸੀ, ਕਿਉਂਕਿ ਕੈਂਸਰ ਦੇ ਨਾਲ ਮੌਤ ਹੋਈ ਸੀ, ਤਾਂ ਮੌਤ ਬੜੀ ਦੁਖਦਾਇਕ ਸੀ। ਪਰ ਖੁਦਾ ਦੇ ਉੱਤੇ ਉਸਨੇ ਭਰੋਸਾ ਰੱਖਿਆ, ਨਾਲ ਹੀ ਖੁਦਾ ਦੇ ਵਚਨਾਂ ਉੱਤੇ ਜੋ ਦੱਸਦੇ ਹਨ। ਰੋਮ ਦੀ ਵਿਸ਼ਵਾਸ ਸੰਗਤ ਨੂੰ ਖਤ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ, ਉਹਦਾ 8ਵਾਂ ਅਧਿਆਇ 21 ਤੋਂ 23 ਤੱਕ, ਅਤੇ ਨਾਲ ਹੀ ਅਸੀਂ ਸੰਤ ਪਤਰਸ ਦੇ ਪਹਿਲੇ ਖਤ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਜੋ ਸ੍ਰਿਸ਼ਟੀ ਹੈ ਇਹਦਾ ਖਤਮ ਹੋਣਾ ਜ਼ਰੂਰੀ ਹੈ, ਜੋ ਬਣਿਆ ਹੈ ਉਹਦਾ ਢਹਿਣਾ ਜ਼ਰੂਰੀ ਹੈ। ਖੁਦਾਵੰਦ ਦੇ ਪਾਕ ਵਚਨ ਦੇ ਵਿੱਚ ਸੰਤ ਪਤਰਸ ਕਹਿੰਦੇ ਨੇ ਕਿ ਫੁੱਲ ਮੁਰਝਾ ਜਾਂਦੇ ਨੇ ਤੇ ਘਾਹ ਸੁੱਕ ਜਾਂਦਾ ਹੈ, ਪਰ ਖੁਦਾ ਦਾ ਵਚਨ ਹਮੇਸ਼ਾ ਅਟਲ ਰਹਿੰਦਾ ਹੈ। ਸੋ ਉਸਨੇ ਆਪਣੇ ਜੀਵਨ ਦੇ ਵਿੱਚ ਇਹ ਮੰਨ ਲਿਆ ਕਿ ਜੋ ਇਸ ਦੁਨੀਆ ਤੇ ਆਇਆ ਹੈ ਉਸਨੇ ਖੁਦਾ ਦੇ ਕੋਲ ਵਾਪਸ ਜਾਣਾ ਹੈ। ਖੁਦਾ ਦੇ ਵਚਨ ਦੇ ਨਾਲ ਉਸ ਨੂੰ ਉਹ ਐਨਰਜੀ ਫਿਰ ਦੁਬਾਰੇ ਮਿਲੀ, ਔਰ ਕਹਿੰਦੇ ਨੇ ਫਿਰ ਉਹ ਖੇਡਿਆ ਤਾਂ ਫਿਰ ਉਸ ਨੂੰ ਮੈਡਲ ਮਿਲੇ, ਕਿਉਂਕਿ ਉਹਦਾ ਭਰੋਸਾ ਖੁਦਾ ਦੇ ਉੱਤੇ ਸੀ। ਸੋ ਅੱਜ ਇਹ ਸਾਡੇ ਲਈ ਮਨ ਚਿੰਤਨ ਕਰਨਾ ਜ਼ਰੂਰੀ ਹੈ ਕਿ ਜੋ ਬਣਿਆ ਹੈ ਉਸਨੇ ਖਤਮ ਹੋਣਾ ਹੈ, ਪਰ ਖੁਦਾ ਦਾ ਵਚਨ ਅਟਲ ਹੈ। ਜਿਵੇਂ ਪਹਿਲੇ ਪਾਠ ਦੇ ਵਿੱਚ ਅਸੀਂ ਵੇਖਿਆ ਹੈ ਕਿ ਮੀਂਹ ਆਉਂਦਾ ਹੈ, ਵਰਦਾ ਹੈ, ਅਤੇ ਉਹ ਫੁੱਲਾਂ ਨੂੰ, ਘਾਹ ਨੂੰ ਅਤੇ ਫਸਲਾਂ ਨੂੰ ਉਗਾਉਂਦਾ ਹੈ, ਜੋ ਖੁਦਾ ਦੀ ਕੁਦਰਤ ਹੈ। ਬੀਜ ਬੀਜਣ ਵਾਲੇ ਨੇ ਛੱਟਾ ਦਿੱਤਾ ਹੈ, ਪਰ ਉਹ ਬੀਜ ਉਗਿਆ ਕਿਵੇਂ ਆ, ਉਹ ਖੁਦਾ ਦੀ ਰਹਿਮਤ ਹੈ। ਸੋ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੀਂਹ ਬਿਨਾਂ ਕੰਮ ਕੀਤੇ ਵਾਪਸ ਜਾਂ ਵਿਅਰਥ ਨਹੀਂ ਜਾਂਦਾ ਹੈ, ਫਿਰ ਉਹ ਬਣ ਕੇ ਹਵਾ ਦੇ ਨਾਲ ਪਾਣੀ ਉੱਤੇ ਚਲੇ ਜਾਂਦੇ ਦਾ, ਇਸੇ ਤਰ੍ਹਾਂ ਹੀ ਜੋ ਵਚਨ ਹੈ ਇੱਕ ਵਾਰੀ ਜਿਹੜਾ ਮੂੰਹ ਚੋਂ ਨਿਕਲਿਆ ਹੈ ਖੁਦਾ ਦੇ, ਉਹ ਬਿਨਾਂ ਕੰਮ ਕੀਤੇ ਖੁਦਾ ਦੇ ਕੋਲ ਵਾਪਸ ਜਾਂਦਾ ਨਹੀਂ, ਉਹ ਆਪਣਾ ਕੰਮ ਪੂਰਾ ਕਰਦਾ ਹੈ। ਸੋ ਅੱਜ ਦਾ ਪਹਿਲਾ ਜੋ ਪੁਆਇੰਟ ਹੈ ਉਹ ਇਹੀ ਹੈ ਕਿ ਜੋ ਸ੍ਰਿਸ਼ਟੀ ਹੈ ਉਹਦਾ ਖਤਮ ਹੋਣਾ ਜ਼ਰੂਰੀ ਹੈ। ਜਿਵੇਂ ਅਸੀਂ ਉਪਦੇਸ਼ਕ ਦੇ ਗ੍ਰੰਥ ਦੇ ਵਿੱਚ ਪੜ੍ਹਦੇ ਹਾਂ ਕਿ ਪ੍ਰਭੂ ਨੇ ਹਰ ਇੱਕ ਚੀਜ਼ ਦੇ ਲਈ ਸਮਾਂ ਠਹਿਰਾਇਆ ਹੈ। ਉਹਦੇ ਵਿੱਚ ਲਿਖਿਆ ਹੈ ਜਨਮ ਦਾ ਸਮਾਂ ਹੈ, ਮਰਨ ਦਾ ਸਮਾਂ ਹੈ, ਬੀਜਣ ਦਾ ਸਮਾਂ ਹੈ, ਵੱਢਣ ਦਾ ਸਮਾਂ ਹੈ, ਜੰਮਣ ਦਾ ਸਮਾਂ ਹੈ ਅਤੇ ਮਰਨ ਦਾ ਵੀ ਸਮਾਂ ਹੈ। ਸੋ ਹਰ ਇੱਕ ਚੀਜ਼ ਦਾ ਸਮਾਂ ਪ੍ਰਭੂ ਦੇ ਵੱਲੋਂ ਠਹਿਰਾਇਆ ਹੈ। ਉਹ ਜੋ ਸ੍ਰਿਸ਼ਟੀ ਬਣੀ ਹੈ, ਜੋ ਬਣਿਆ ਹੈ, ਉਹਦਾ ਖਤਮ ਹੋਣਾ ਜ਼ਰੂਰੀ ਹੈ। ਔਰ ਜਦੋਂ ਅਸੀਂ ਇਸਾਇਆ ਦਾ ਗ੍ਰੰਥ ਪੜ੍ਹਦੇ ਹਾਂ, ਉਹਦਾ 65 ਅਧਿਆਇ 17 ਆਇਤ ਦੇ ਵਿੱਚ ਲਿਖਿਆ ਹੈ ਕਿ ਖੁਦਾ ਇੱਕ ਨਵੀਂ ਸ੍ਰਿਸ਼ਟੀ ਦੀ ਸਿਰਜਣਾ ਕਰੇਗਾ। ਖੁਦਾ ਇੱਕ ਨਵਾਂ ਸੁਰਗ ਤੇ ਇੱਕ ਨਵੀਂ ਧਰਤੀ ਬਣਾਏਗਾ। ਪਿਆਰਿਓ, ਜੋ ਸ੍ਰਿਸ਼ਟੀ ਹੈ ਇਹਦਾ ਖਤਮ ਹੋਣਾ ਜ਼ਰੂਰੀ ਹੈ, ਪਰ ਜੋ ਖੁਦਾ ਦੀ ਸਿਰਜਣਾ ਹੈ ਉਹ ਨਵੀਂ ਸਿਰਜਣਾ ਹੈ। ਉਹ ਨਵਾਂ ਸੁਰਗ ਤੇ ਨਵੀਂ ਧਰਤੀ ਜੋ ਬਣਾਉਣ ਦੀ ਗੱਲ ਕਰਦੇ ਹਨ, ਉਹ ਹੈ ਜੋ ਸੁਰਗ ਦੇ ਵਿੱਚ ਹੈ, ਜੋ ਸਦੀਵੀ ਹੈ, ਜੋ ਖਤਮ ਹੋਣ ਵਾਲਾ ਨਹੀਂ ਹੈ। ਦੂਸਰੇ ਪੁਆਇੰਟ ਅਸੀਂ ਵੇਖਦੇ ਹਾਂ ਕਿ ਜੋ ਇਨਸਾਨ ਹੈ ਇਹਦਾ ਵੀ ਖਤਮ ਹੋਣਾ ਜ਼ਰੂਰੀ ਹੈ। ਜਿਵੇਂ ਉਪਦੇਸ਼ਕ ਦੇ ਗ੍ਰੰਥ ਦੇ ਵਿੱਚ ਲਿਖਿਆ ਹੈ ਕਿ ਜਨਮ ਦਾ ਸਮਾਂ ਹੈ ਅਤੇ ਮਰਨ ਦਾ ਵੀ ਸਮਾਂ ਹੈ। ਸੋ ਮਰਨਾ ਜਾਂ ਮੌਤ ਜ਼ਰੂਰੀ ਹੈ। ਕਹਿੰਦੇ ਨੇ ਕਿ ਮੌਤ ਨੂੰ ਹਰ ਇੱਕ ਨੇ ਜੱਫੀ ਪਾਉਣੀ ਹੈ, ਕੋਈ ਵੀ ਇਹ ਤੋਂ ਵਾਂਝਾ ਨਹੀਂ ਰਹਿ ਸਕਦਾ। ਸੋ ਮੌਤ ਹਰ ਇੱਕ ਦੇ ਲਈ ਜ਼ਰੂਰੀ ਹੈ। ਔਰ ਜੇਕਰ ਅਸੀਂ ਖੁਸ਼ੀ ਦੇ ਨਾਲ ਇਹ ਮੰਨ ਲੈਂਦੇ ਹਾਂ ਖੁਦਾ ਦੇ ਵਚਨ 'ਤੇ ਭਰੋਸਾ ਰੱਖਦੇ ਹੋਏ, ਤਾਂ ਮੈਨੂੰ ਲੱਗਦਾ ਵੀ ਕਿਸੇ ਨੂੰ ਵੀ ਮੌਤ ਤੋਂ ਡਰ ਨਹੀਂ ਲੱਗੇਗਾ, ਕਿਉਂਕਿ ਇਹ ਇੱਕ ਵੱਡੀ ਸੱਚਾਈ ਹੈ ਕਿ ਜੋ ਸਰੀਰਿਕ ਸਾਡੀ ਇਹ ਬਨਾਵਟ ਹੈ, ਜੋ ਸਮੇਂ ਦੇ ਨਾਲ ਜਨਮ ਤੋਂ ਲੈ ਕੇ ਬੁੱਢੇ ਹੋਣ ਤੱਕ ਵੱਧਦੀ ਤੇ ਘਟਦੀ ਹੈ, ਪਰ ਇੱਕ ਦਿਨ ਇਹਦਾ ਖਤਮ ਹੋਣਾ ਜ਼ਰੂਰੀ ਹੈ। ਕਿਉਂਕਿ ਜੇ ਜਨਮ ਲਿਆ ਹੈ ਤੇ ਇਨਸਾਨ ਦਾ ਮਰਨਾ ਵੀ ਜ਼ਰੂਰੀ ਹੈ। ਪਰ ਜੇ ਅਸੀਂ ਇਸ ਨੂੰ ਮੰਨ ਲੈਂਦੇ ਹਾਂ ਖੁਦਾ ਦੇ ਵਚਨ ਦੇ ਮੁਤਾਬਕ, ਤਾਂ ਫਿਰ ਸਾਡਾ ਜੀਵਨ ਸੁਖਾਵਾਂ ਹੈ,
नहीं तो कईयां नूं असीं वेखदे हां मौत तो बहुत डर लगता है। थोड़े दिन पहला मैनू किसी नूं मिलन दा मौका मिलिया, बजुर्ग 65 साल 70 साल के करीब है कोई साडे सर्कल दे विच, अते ओ जो बजुर्ग बीबी सी उन्होंने थोड़ा जिहा भी कुछ हो जाता तो कहती मैनू डॉक्टर को लैके चलो। डॉक्टर कहता इनू 1 महीने बाद ही लैके आना। सो मतलब ये है कि उन्हें मौत तो डर लगता है। उन्हें अपने आप को प्रिपेयर नहीं किया है उस सच्चाई के लिए, और जिस इंसान ने अपने आप को सच्चाई के लिए तैयार किया है वो कभी भी मौत तो डरेगा नहीं, क्योंकि उन्हें समझ आ गया है कि जो साडा शरीर है ये सदीवी नहीं है, पर जिहड़ी साडी आत्मा है वो सदीवी है। इसलिए अज दा जिहड़ा दूसरा पाठ है जो असी रोम दी विश्वास संगत नूं सुनिया है, उहदे विच संत पौलुस कहंदे हन जो मौजूदा तुहाडे दुख हन वो आउण वाली खुशी के कंपेयर दे विच उहदी तुलना दे विच कुछ भी नहीं हन। इसलिए तुसी अपनी निहचा अपना निशाना उस खुशी दे वल रखो तां जे तुसी अपने जीवन दे विच हमेशा ही सुख पा सको और शांति दे नाल अपनी जीवन यात्रा दे विच तुसी अगे वध सको। तीसरे नंबर ते असी वेखदे हां कि जो संपूर्ण आज़ादी दे वल सानू लैके जांदा है वो है खुदा दा पाक वचन। प्रभु यीशु मसीह ने भी आख्या है सच नू जानो तो सच तुहानू आज़ाद करेगा। जे असी खुदा दी बाणी नू जाणदे हां ध्यान करदे हां तो फिर इन्हां कष्टां तो असी जरूर उत्ते उठ सकदे हां ते सानू कोई भी परेशानी दुखी नहीं करेगी साडे जीवन दे विच। जिवें अज दे असी सुनिया है अंजील दे विच बीज बीजण वाले दी रूप कथा। प्रभु दे चेलियां ने सवाल किया, प्रभु जी क्यों तुसी इन्हां तमसीलां दे रूप विच सब कुछ लोकां नूं दसदे हो। प्रभु ने कहा तुहानूं इहदा ज्ञान दिता गया है, बाकियां नूं इहदा ज्ञान नहीं दिता है, इसलिए कि तुसी वो जिहड़े हन वो वेखदे होए भी ना वेखण, सुणदे होए भी ना सुणन, क्योंकि मन उन्हां दे मंदे पै गए हैं। प्रभु यीशु मसीह विच प्यारे भराओ ते भैणो, अज असीं यही प्रार्थना करिए कि ये जो सच्चाइयां हैं वचन दियां उन्हां नूं असीं समझ सकीए, नाल ही खुदा दे वचन नूं असीं समझ सकीए, और असीं अपने जीवन दे विच जिस तरह खुदा दी बाणी ने अज कहा है, क्योंकि वो वचन सानू भी मिलिया है, साडे विच भी बीजिया गया है, तो असीं अपने जीवन दे विच 100 गुणा 60 गुणा ते 30 गुणा वो फल उत्पन्न कर सकीए। वेखण की गल ये है कि जिहड़ा साडे विच बीज बीजिया गया है कि वो राह विच डंडी ते बीजिया गया है, जां कि साडा हाल पथरीली जमीन वर्गा है, जां साडा हाल कंडियालियां झाड़ियां वर्गा है, जां साडा वो जीवन उपजाऊ है। किहो जिहा इहदा सिट्टा है वो विखना पएगा, तां ही खुदा दे वचन दा साडे उत्ते कोई असर होवेगा, नहीं तो फिर उस जमीन वर्गा है जिहड़ा कुछ समय दे लई उग्या है, जिवें पथरीली जमीन दे विच सीगा, वो उग्या तो है पर फिर वो खत्म हो गया। आओ असीं खुदा दे वचनां उत्ते विचारीए तो प्रार्थना करिए कि असीं बाणी दे मुताबक जीउण वाले तो सच्चाई नूं समझ लईए कि जो बनया है उहदा ढहना जरूरी है। आओ असीं सारे जने खड़े होइए, अपने विश्वास का प्रगटावा करिए अते आखिए, मैं एक खुदा उत्ते ईमान रखदा हाँ ਜਿਹੜਾ ਬਾਪ ਪੂਰੀ ਕੁਦਰਤ ਵਾਲਾ ਆਸਮਾਨ ਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ। ਮੈਂ ਯਿਸੂ ਮਸੀਹ ਤੇ ਈਮਾਨ ਰੱਖਦੀ ਹਾਂ ਜਿਹੜਾ ਉਸ ਦਾ ਇਕਲੌਤਾ ਬੇਟਾ ਤੇ ਸਾਡਾ ਖੁਦਾਵੰਦ ਹੈ, ਔਰ ਪਾਕ ਦੀ ਕੁਦਰਤ ਨਾਲ ਕੁਆਰੀ ਮਰੀਮ ਦੇ ਗਰਭ ਵਿੱਚ ਪਿਆ ਅਤੇ ਉਸ ਤੋਂ ਜੰਮਿਆ। ਉਸਨੇ ਪੌਂਤੀਉਸ ਪਿਲਾਤੁਸ ਦੇ ਐਬ ਵਿੱਚ ਦੁੱਖ ਉਠਾਇਆ, ਸਲੀਬ ਉੱਤੇ ਚੜਾਇਆ ਗਿਆ, ਮਰ ਗਿਆ ਤੇ ਦਫਨਾਇਆ ਗਿਆ, ਬਰਜਕ ਵਿੱਚ ਉਤਰਿਆ, ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉਠਿਆ, ਆਸਮਾਨ ਉੱਤੇ ਚੜ ਗਿਆ ਅਤੇ ਪੂਰੀ ਕੁਦਰਤ ਵਾਲੇ ਖੁਦਾ ਬਾਪ ਦੇ ਸੱਜੇ ਹੱਥ ਜਾ ਬੈਠਾ। ਉਤੋਂ ਜਿਉਂਦਿਆਂ ਅਤੇ ਮੁਰਦਿਆਂ ਦਾ ਇਨਸਾਫ ਕਰਨ ਲਈ ਫਿਰ ਆਵੇਗਾ। ਮੈਂ ਈਮਾਨ ਰੱਖਦੀ ਹਾਂ ਹਰ ਪਾਕ ਉੱਤੇ, ਇੱਕ ਪਾਕ ਕੈਥੋਲਿਕ ਕਲੀਸਿਆ, ਪਾਕ ਲੋਕਾਂ ਦੀ ਸਾਂਝ, ਗੁਨਾਹਾਂ ਦੀ ਮਾਫੀ,
ਜਿਸਮ ਦਾ ਜੀ ਉੱਠਣਾ ਅਤੇ ਹਮੇਸ਼ਾ ਦੀ ਜ਼ਿੰਦਗੀ ਉਤੇ ਆਮੀਨ। ਪਿਆਰੇ ਭਰਾਓ ਤੇ ਭੈਣੋ, ਆਓ ਅਸੀਂ ਆਪਣੀ ਹਰ ਇੱਕ ਲੋੜ ਤੇ ਜ਼ਰੂਰਤ ਨੂੰ ਪ੍ਰਭੂ ਦੇ ਚਰਨਾਂ ਵਿੱਚ ਸਮਰਪਣ ਕਰੀਏ ਅਤੇ ਆਖੀਏ, ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਸਾਡੀ ਦੁਆ ਸੁਣ। ਸਾਡੇ ਸੰਤ ਪਾਪਾ ਅਤੇ ਸਾਰੇ ਬਿਸ਼ਪ ਸਹਿਬਾਨਾਂ ਦੀ ਰਖਵਾਲੀ ਕਰ। ਆਪਣੀ ਸੱਚਾਈ ਨਾਲ ਉਹਨਾਂ ਨੂੰ ਤਾਕਤ ਦੇ ਤੇ ਉਹਨਾਂ ਨੂੰ ਕਲੀਸਿਆ ਵਿੱਚ ਸੱਚਾਈ ਪੈਦਾ ਕਰਨ ਦੇ ਯੋਗ ਬਣਾ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਸਾਡੀ ਡਾਇਸਿਸ ਦੇ ਬਿਸ਼ਪ ਸਾਹਿਬ ਅਤੇ ਸਾਰੇ ਪ੍ਰੋਹਿਤਾਂ ਦੀ ਰਖਵਾਲੀ ਕਰ। ਉਹਨਾਂ ਦੀ ਮਦਦ ਕਰ ਕਿ ਉਹ ਆਪਣੀਆਂ ਸਿੱਖਿਆਵਾਂ ਅਤੇ ਜੀਵਨ ਵਿੱਚ ਯਿਸੂ ਮਸੀਹ ਦੇ ਸੱਚੇ ਗਵਾਹ ਬਣ ਜਾਣ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ, ਜਿਹੜੇ ਲੋਕ ਯਿਸੂ ਮਸੀਹ ਨੂੰ ਜਾਣਦੇ ਅਤੇ ਮੰਨਦੇ ਨਹੀਂ, ਉਹਨਾਂ 'ਤੇ ਆਪਣਾ ਜਲਾਲ ਜ਼ਾਹਿਰ ਕਰ ਤਾਂ ਜੋ ਉਹ ਤੈਨੂੰ ਆਪਣੇ ਦਿਲਾਂ ਵਿੱਚ ਲੈ ਲੈਣ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਸਾਰੇ ਨਿਰਾਸ਼ ਪਾਪੀਆਂ ਨੂੰ ਆਪਣੇ ਪਿਆਰ ਨਾਲ ਛੂਹ ਲੈ ਤਾਂ ਕਿ ਉਹ ਖੁਦਾ ਦਾ ਲੇਲਾ, ਜਿਹੜਾ ਦੁਨੀਆ ਦੇ ਪਾਪ ਚੁੱਕ ਲੈ ਜਾਂਦਾ ਹੈ, ਚਾਨਣ ਅਤੇ ਉਸ ਨੂੰ ਕਬੂਲ ਕਰਨ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਆਓ ਅਸੀਂ ਆਪਣੀਆਂ तमाम ਲੋੜਾਂ ਤੇ ਜ਼ਰੂਰਤਾਂ ਨੂੰ ਮਾਂ ਮਰੀਮ ਦੀ ਸਿਫਾਰਿਸ਼ ਦੇ ਰਾਹੀਂ ਪ੍ਰਭੂ ਯਿਸੂ ਦੇ ਚਰਨਾਂ ਵਿੱਚ ਰੱਖੀਏ ਤੇ ਆਖੀਏ, ਸਲਾਮ ਐ ਮਰੀਮ, ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ। ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੇ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਐ ਪੂਰੀ ਕੁਦਰਤ ਵਾਲੇ ਖੁਦਾਵੰਦ ਖੁਦਾ, ਤੂੰ ਹਮੇਸ਼ਾ ਸਾਡੀਆਂ ਅਰਜ਼ਾਂ ਦੇ ਵੱਲ ਧਿਆਨ ਕਰਦਾ ਹੈ ਤੇ ਸਾਡੇ ਤੇ ਬਖਸ਼ਿਸ਼ ਕਰਦਾ ਹੈ। ਪ੍ਰਭੂ ਸਾਡੀਆਂ ਇਹਨਾਂ ਸਭ ਪ੍ਰਾਰਥਨਾਵਾਂ ਨੂੰ ਸੁਣ ਤੇ ਆਪਣੇ ਚਰਨਾਂ ਦੇ ਵਿੱਚ ਕਬੂਲ ਕਰ। ਅਸੀਂ ਮੰਗਦੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਜੀ ਸੇਵਾ ਵਿੱਚ ਜੀ
तो प्रार्थना करो कि पूरी कुदरत वाला खुदा मेरी ਤੇ ਤੁਹਾਡੀ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ ਸਾਡੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਆਏ ਪ੍ਰਭੂ ਇਹਨਾਂ ਤੋਹਫਿਆਂ ਨੂੰ ਵੇਖ ਜੋ ਤੇਰੀ ਕਲੀਸਿਆ ਪ੍ਰਾਰਥਨਾ ਕਰਦੀ ਹੋਈ ਤੈਨੂੰ ਚੜਾਉਂਦੀ ਹੈ। ਆਪਣੇ ਸਾਰੇ ਇਮਾਨਦਾਰਾਂ ਨੂੰ ਪਾਕ ਕਰਨ ਦੇ ਲਈ ਇਸ ਚੜਾਵੇ ਨੂੰ ਰੂਹਾਨੀ ਭੋਜਨ ਦੇ ਵਿੱਚ ਬਦਲ ਦੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾਵੰਦ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਆਏ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਤੇ ਯੋਗ ਤੇ ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਇਨਸਾਨ ਦੀ ਨਜਾਤ ਦੇ ਲਈ ਤੇਰੀ ਪਿਆਰ ਭਰੀ ਮੁਕਤੀ ਯੋਜਨਾ ਦੇ ਵਿੱਚ ਅਸੀਂ ਤੇਰੇ ਬੇਮਿਸਾਲ ਸ਼ਕਤੀ ਨੂੰ ਵੇਖਦੇ ਹਾਂ। ਆਪਣੀ ਖੁਦਾਈ ਸ਼ਕਤੀ ਦੇ ਨਾਲ ਤੂੰ ਸਾਨੂੰ ਬਚਾਉਣ ਦੇ ਲਈ ਆਇਆ ਹੈ, ਪਰ ਤੇਰੀ ਇਹ ਇੱਛਾ ਸੀ ਕਿ ਅਸੀਂ ਸਾਡੇ ਵਰਗੇ ਇੱਕ ਮਨੁੱਖ ਦੁਆਰਾ ਬਚਾਏ ਜਾਈਏ। ਇਨਸਾਨ ਨੇ ਤੇਰੀ ਮਿੱਤਰਤਾ ਨੂੰ ਮੰਨਣ ਤੋਂ ਇਨਕਾਰ ਕੀਤਾ, ਪਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਇਨਸਾਨੀ ਰੂਪ ਦੇ ਵਿੱਚ ਉਸੇ ਮਿੱਤਰਤਾ ਨੂੰ ਮੁੜ ਬਹਾਲ ਕੀਤਾ। ਇਸ ਲਈ ਅਸੀਂ ਸਾਰੇ ਫਰਿਸ਼ਤਿਆਂ ਤੇ ਮਹਾਫਰਿਸ਼ਤਿਆਂ ਤੇ ਸਾਰੇ ਸਵਰਗੀ ਲਸ਼ਕਰਾਂ ਦੇ ਨਾਲ ਮਿਲ ਕੇ ਤੁਹਾਡੀ ਮਹਿਮਾ ਲਗਾਤਾਰ ਕਰਦੇ ਹਾਂ। ऐ प्रभु तू सचमुच पाक कहते सब पवित्रता का सोमा है। इसलिए ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਪ ਪਾਕ ਨੂੰ ਭੇਜ ਕੇ ਨਾ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਦੇ ਨਾਲ ਆਪਣੇ ਆਪ ਨੂੰ ਦੁੱਖ ਤਸੀਹੇ ਦੇ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਓ ਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ
ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਤੇ ਇਸ ਵਿੱਚੋਂ ਪੀਓ, ਕਿਉਂ ਜੋ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਦੇ ਗੁਨਾਹ ਦੀ ਮਾਫੀ ਦੇ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ईमान दा पेद। ऐ प्रभु असी यीशु मसीह दी मौत ਅਤੇ ਦੇ ਜੀ ਉਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਦੇ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਆਏ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਇਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਸਾਹਿਬਾਨ ਅਤੇ ਸਾਰੇ ਪੁਰੋਹਿਤਾਂ ਦੇ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਯਾਦ ਕਰ ਜਿਹੜੇ ਜੀ ਉਠਣ ਦੀ ਉਮੀਦ ਦੇ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਦੇ ਵਿੱਚ ਪੂਰੇ ਹੋ ਗਏ ਹਨ। ਇਹਨਾਂ ਦਾ ਤੂੰ ਆਪਣੀ ਪਾਕ ਹਜ਼ੂਰੀ ਦੇ ਚਰਨ ਵਿੱਚ ਸਵਾਗਤ ਕਰ। ਆਏ ਪ੍ਰਭੂ, ਅਸੀਂ ਇਹ ਬੇਨਤੀ ਕਰਦੇ ਹਾਂ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾਵੰਦ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤੇਰੇ ਧੰਨ ਰਸੂਲਾਂ ਦੇ ਸਾਰੇ ਸੰਤਾਂ ਦੇ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਜਿਉਣ ਦੇ ਹੱਕਦਾਰ ਬਣ ਜਾਈਏ ਅਤੇ ਤੇਰੇ ਬੇਟੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਲ ਅਸੀਂ ਤੇਰੀ ਉਸਤਤ ਅਤੇ ਵਡਿਆਈ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਦੇ ਵਿੱਚ ਤੈਨੂੰ ਇਹ ਪੂਰੀ ਕੁਦਰਤ ਵਾਲੇ ਬਾਪ ਰੂਪ ਪਾਕ ਦੀ ਏਕਤਾ ਦੇ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੈ ਸਦਾ ਤੋਂ ਸਦਾ ਤੀਕਰ। ਸਾਡੇ ਮੁਕਤੀਦਾਤਾ ਦੇ ਹੁਕਮ ਦੇ ਮੁਤਾਬਕ ਅਤੇ ਉਹਦੀ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਇਹ ਆਖਣ ਦੀ ਦਿਲੇਰੀ ਕਰਦੇ ਹਾਂ, ਐ ਸਾਡੇ ਬਾਪ ਜਿਹੜਾ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਸਾਨੂੰ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਦੇ ਨਾਲ ਸਾਡੇ ਦਿਨਾਂ ਦੇ ਵਿੱਚ ਸ਼ਾਂਤੀ ਦੇ, ਤਾਂ ਤੇਰੀ ਦਇਆ ਦੀ ਮਦਦ ਦੇ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੀ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਆਏ ਪ੍ਰਭੂ ਯਿਸੂ ਮਸੀਹ, ਤੁਸੀਂ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਤੁਸੀਂ ਸਾਡੇ ਗੁਨਾਹ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖੋ ਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਤੇ ਏਕਤਾ ਦੇਵੋ, ਜਿੱਥੇ ਤੁਸੀਂ ਜਿਉਂਦੇ ਤੇ ਰਾਜ ਕਰਦੇ ਹੋ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ।
ਇਹ ਵੇਖੋ ਖੁਦਾ ਦਾ ਲੀਲਾ ਜੋ ਸੰਸਾਰ ਦੇ ਗੁਨਾਹਾਂ ਨੂੰ ਚੁੱਕ ਲੈ ਜਾਂਦਾ ਹੈ। ਧੰਨ ਹਾਂ ਅਸੀਂ ਜਿਹੜੇ ਲੀਲੇ ਦੇ ਭੋਜ ਦੇ ਲਈ ਸੱਦੇ ਗਏ ਹਾਂ। ए प्रभु, मैं इस योग नहीं हाँ कि तू मेरी छत तले आवे, पर एक ही शब्द आख तब मेरी रूह चंगी हो जावेगी। पाक शक्त लैन तो पहला दुआ। ए मुबारक मरियम, तेरा प्यारा बेटा रोटी दे रूप विच साडे दिलां विच आउण वाला है। साडे ਲਈ दुआ कर ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤੀ ਉਤਸਵ ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ, ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ। पाक शक्त लैन तो पिछो दुआ। सीसे दा अमल। ए इलाही यीशु, ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ, ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਨਾਲ ਤੈਨੂੰ ਸਿਜਦਾ ਕਰਦੀ ਹਾਂ। ਤੂੰ ਮੇਰਾ ਖਾਲਿਕ ਅਤੇ ਮਾਲਿਕ ਹੈ। ਤੇਰੀ ਬਜ਼ੁਰਗੀ, ਵਡਿਆਈ ਅਤੇ ਬੰਦਗੀ ਸਦਾ ਤੀਕਰ ਅਤੇ ਸਾਰੀ ਜ਼ਮੀਨ ਦੇ ਕੰਢਿਆਂ ਤੀਕਰ ਕੀਤੀ ਜਾਵੇ। ਐ ਮਿਹਰਬਾਨ ਯਿਸੂ, ਮੈਂ ਤੇਰੇ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ। ਮੈਂ ਕੱਖ ਅਤੇ ਮਿੱਟੀ ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ। ਮੈਂ ਤੇਰੇ ਰਹਿਮਤਾਂ ਦੇ ਗੀਤ ਸਦਾ ਗਾਵਾਂਗੀ। ਮੈਂ ਆਪਣੇ ਬਦਨ ਅਤੇ ਰੂਹ, ਖਿਆਲਾਂ ਅਤੇ ਦਲੀਲਾਂ, ਗਲਾਂ ਅਤੇ ਕੰਮਾਂ, ਖੁਸ਼ੀਆਂ ਅਤੇ ਦੁੱਖਾਂ ਨਾਲ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦੀ ਹਾਂ। ਮੇਰੇ ਬਦਨ ਨੂੰ ਲੈ ਲੈ, ਇਹਦੇ ਵਿੱਚ ਵਸ ਅਤੇ ਇਹਨੂੰ ਸਭ ਗੁਨਾਹੀ ਸ਼ਹਿਵਤ ਤੋਂ ਸਾਫ਼ ਰੱਖ। ਮੇਰੀ ਮਰਜ਼ੀ ਨੂੰ ਲੈ ਲੈ ਅਤੇ ਇਹਨੂੰ ਆਪਣੀ ਮਰਜ਼ੀ ਉੱਤੇ ਚਲਾ। ਮੇਰੀ ਯਾਦ ਨੂੰ ਲੈ ਲੈ, ਇਹਦੇ ਵਿੱਚ ਰਿਹਾ ਕਰ, ਤਾਂ ਜੋ ਮੈਂ ਤੈਨੂੰ ਕਦੀ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਲੈ, ਇਹਨੂੰ ਵਧਾ, ਤਾਂ ਜੋ ਮੈਂ ਤੈਨੂੰ ਵਧੇਕ ਜਾਣਾ ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਲੈ, ਤਾਂ ਜੋ ਮੈਂ ਸਭ ਕੁਝ ਤੇਰੇ ਹੀ ਪਿਆਰ ਵਾਸਤੇ ਕਰਿਆ ਕਰਾਂਗੀ। ਆਮੀਨ। ਪ੍ਰਭੂ ਕਹਿੰਦਾ ਹੈ, ਜੋ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਉਹ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ। ਅਸੀਂ ਪ੍ਰਾਰਥਨਾ ਕਰੀਏ।
ਆਏ ਪ੍ਰਭੂ ਆਪਣੀ ਅਲਤਾਰ ਤੋਂ ਤੂੰ ਸਾਨੂੰ ਰਜ਼ਾਇਆ ਹੈ। ਬਖਸ਼ ਦੇ ਕਿ ਨਾ ਪਾਕ ਭੇਦਾਂ ਦੇ ਵਿੱਚ ਹਿੱਸਾ ਲੈਣ ਦੇ ਰਾਹੀਂ ਤੇਰੀ ਨਜਾਤ ਦਾ ਕੰਮ ਸਾਡੇ ਜੀਵਨ ਦੇ ਵਿੱਚ ਹੋਰ ਜ਼ਿਆਦਾ ਅਸਰਦਾਇਕ ਹੋਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾਵੰਦ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਪਾਕ ਮਾਸ ਦੀ ਕੁਰਬਾਨੀ ਚੜਾਈ ਗਈ ਪ੍ਰਭੂ ਦੀ ਸ਼ਾਂਤੀ ਵਿੱਚ ਜਾਈਏ। खुदा खुदा दा शुक्र होवे। दुआएं याद कर याद कर ए नहायत मेहरबान कुआरी मां मरियम पई कदी नहीं सुनिया गया कि कोई भी तेरी पनाह लभदिया तेरी मदद चाहुंदिया तेरी सिफारिश मंगदिया ते तो खाली गया होवे। ऐ कुआरी कुआरियां दी अते मेरी मां मैं इस सल्ली नाल तेरे कोल नसी आउंदी हां अते तेरे अगे खलो के मैं गुनाही रोंदी हां। ऐ दे तारी हुई कलाम दी मां मेरी अर्ज़ां नूं अकील ना जान सगों मेहरबानी नाल सुनी अते कबूल करी। आमीन। शांति दी रानी प्यारी मां मरियम साडे लिए दुआ कर।